हेलो फ्रेंड्स, आपका बहुत बहुत स्वागत है मेरे चैनल में आनंद पीबी 46 में। तो आज हम जा रहे हैं गुरुद्वारा झूलना महल साहिब, जो कि तरनतारन में है। और ये तरनतारन में पड़ता है और मेरे घर से तकरीबन सिर्फ ये 15 मिनट के रास्ते में पड़ता है। तो अगर आप तरनतारन में पंजाब में विज़िट करते हैं, गोल्डन टेम्पल विज़िट करते हैं, तो आप तरनतारन के भी ऐतिहासिक इन गुरुद्वारों में आके जान सकते हैं यहाँ के क्या क्या हिस्ट्री है इन गुरुद्वारे साहिब की। और बहुत ऐतिहासिक गुरुद्वारे हैं ये सब, तो प्लीज़ आप यहाँ भी विज़िट करिए। और आज आपको ये झूला महल साहब के बारे में कुछ खास बातें बताऊंगा, इसकी हिस्ट्री बताऊंगा। झूले से आपको कुछ लग रहा होगा कि झूले से रिलेटेड कुछ चीज़ है ये, है ना? तो इसके पीछे कुछ झूले से रिलेटेड ही है इसकी सारी हिस्ट्री। तो मैं आपको वहाँ जाके आपको दर्शन भी कराऊंगा और आपको वहाँ पर जाके पूरी हिस्ट्री भी बताऊंगा। तो आइए चलते हैं झूलना महल साहिब गुरुद्वारा तरनतारन। जल कर मंदराज लगानी कर को कटे बनिहारे शासक के मन देर न करियो तुम्हारा नाम सारे जना मन भावनी हार ध्यायो अपरंपर पार ब्रह्म स्वामी अरवा कबूल मंगल गायो नर हर मन भागिया नहीं पायो ते गर्भ जोनी गालिए नाम चाहिए हर हर मन जपी हर जप मन सच दीर्घना प्रभु मस्तक भार सब्र प्रकार देखन तैलार सुख सार तैला दुखियां निज करे जम सिर मार जिना मस्तक देखिया ते नरे संगार संसार भोज उतारिया हर संत पुरख पार जिस चरण सेव साध के तज लोभ मोह बेकार सब जो दुधिया शरीर खा सिख निरंकार
ਇੱਕ ਭਰਮ ਭੁੱਲੇ ਸਾਗਤਾ ਦਿਨ ਗੁਰਿਆਂ ਦੇ ਉਧਾਰ ਰੋਣ ਕਾਮ ਰਾਮ ਬੁੱਧ ਕਾ ਸੇ ਤੇਰੀ ਮਿਲਤਾ ਬੁੱਧੀ ਮਕਾ ਮਿਲਤ ਤਿਲਕਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਥਾਨ ਤੇ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ 7 ਸਾਲ 7 ਮਹੀਨੇ 7 ਦਿਨ ਜਦੋਂ ਤਰਨ ਤਾਰਨ ਸਰੋਵਰ ਦੀ ਕਾਰ ਸੇਵਾ ਕਰਵਾਇਆ ਕਰਦੇ ਸੀ, ਰਾਤ ਨੂੰ ਆਣ ਕੇ ਸਥਾਨ ਤੇ ਵਿਸ਼ਰਾਮ ਕਰਿਆ ਕਰਦੇ ਸੀ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਲਾਗੇ ਬੰਨੇ ਦੀਆਂ ਪਿੰਡਾਂ ਦੀਆਂ ਸੰਗਤਾਂ ਨੂੰ ਇਕੱਠੀਆਂ ਕਰਕੇ ਤਰਨ ਤਾਰਨ ਸਾਹਿਬ ਵਾਲੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਨੂੰ ਸੰਗਤ ਜੋੜ ਕੇ ਖੜਿਆ ਕਰਦੇ ਸੀ। ਇਹਨਾਂ ਦੇ ਸਪੁੱਤਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਬਾਲ ਅਵਸਥਾ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪੜ੍ਹਿਆ ਕਰਦੇ ਸੀ। ਇੱਕ ਦਿਨ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਅਸੀਂ ਆਪਣੇ ਪਿਤਾ ਜੀ ਨੂੰ ਮਿਲਣਾ, ਸਾਡੇ ਪਿਤਾ ਜੀ ਦੇ ਮਿਲਾਪ ਕਿਸ ਸਥਾਨ ਪਰ ਹੋਣਗੇ। ਬਾਬਾ ਬੁੱਢਾ ਸਾਹਿਬ ਜੀ 6ਵੀਂ ਪਾਤਸ਼ਾਹੀ ਨੂੰ ਕਹਿਣ ਲੱਗੇ, ਇਸ ਸਥਾਨ ਚੱਲੀਏ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਸਾਹਿਬ ਵਾਲੇ ਸਰੋਵਰ ਦੀ ਕਾਰ ਸੇਵਾ ਕਰਾਉਂਦਿਆਂ ਮਿਲਣਗੇ। ਅੰਮ੍ਰਿਤ ਵੇਲੇ ਚੱਲੀਏ ਪਿੰਡ ਠੱਠੀ ਖਾਰਾ ਮਿਲਣਗੇ। ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ 6ਵੀਂ ਪਾਤਸ਼ਾਹੀ ਨੂੰ ਤੜਕੇ ਅੰਮ੍ਰਿਤ ਵੇਲੇ ਇਸ ਸਥਾਨ ਤੇ ਨੰਗੇ ਪੈਰੀ ਲੈ ਕੇ ਆਏ ਸੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੰਗਤ ਵਿੱਚ ਬੈਠੇ ਸੀ। ਜਦ ਆਪਣੇ ਪੁੱਤਰ ਨੂੰ 5 ਸਾਲਾਂ ਪਿੱਛੋਂ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ। ਸੰਗਤ ਵਿੱਚੋਂ ਉੱਠ ਕੇ ਪੁੱਤਰ ਨੂੰ ਜੱਫੀ ਵਿੱਚ ਲੈ ਕੇ ਇਸ ਸਥਾਨ ਤੇ 13 ਵਾਰ ਦੇ ਕਦੋਂ ਪੀਲੇ ਚੋਲੇ ਵਿੱਚ ਅੰਦਰ ਥੰਮ ਤਿਆਰ ਕਰਾਏ। ਕਹਿਣ ਲੱਗੇ, ਪੁੱਤਰਾ, ਜਿਸ ਤਰ੍ਹਾਂ ਤੇਰੇ ਮਿਲਿਆ 5 ਸਾਲਾਂ ਪਿੱਛੋਂ ਮੇਰੇ ਸੀਨੇ ਨੂੰ ਠੰਡ ਪਈ ਆ, ਕੋਈ ਮਾਈ ਭਾਈ ਸ਼ਰਧਾ ਧਾਰ ਕੇ ਆਊਗਾ, ਉਹਦੇ ਵੀ ਸੀਨੇ ਨੂੰ ਠੰਡ ਪਊਗੀ। ਗੁਰੂ ਕੀ ਹਜ਼ੂਰੀ ਦੇ ਵਿੱਚ ਅੰਮ੍ਰਿਤਸਰ ਦੇ ਕੋੜੇ ਰਿਹਾ ਕਰਦੇ ਸੀ। ਕਹਿਣ ਲੱਗੇ, ਗੁਰੂ ਮਹਾਰਾਜ ਜੀ, ਅਸੀਂ ਬੜੇ ਪਛੜੇ, ਸਾਡਾ ਕਿਰਪਾ ਕਰੋ, ਸਾਡਾ ਕੋੜ ਦੂਰ ਕਰੋ। ਇਹ ਸਰੋਵਰ ਉਸ ਟਾਈਮ ਕੱਚੀ ਢਾਬ ਹੋਇਆ ਕਰਦਾ ਸੀ। ਗੁਰੂ ਸਾਹਿਬ ਜੀ ਦੇ ਕਹਿਣ ਤੇ ਕੋੜਿਆਂ ਨੇ 5 ਐਤਵਾਰ ਇਸ਼ਨਾਨ ਕੀਤਾ। ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ, ਕੋੜਿਆਂ ਦਾ ਕੋੜ ਠੀਕ ਹੋ ਗਿਆ। ਜਿਹੜੀਆਂ ਆਪਾਂ ਕਹਿੰਦੇ ਇੱਥੇ ਗੁਰੂ ਕੀ ਹਜ਼ੂਰੀ ਵਿੱਚ ਇੱਕ ਬੀਬੀ ਜਿਹਦੇ ਵਿਆਹ ਨੂੰ 20 ਸਾਲ ਹੋ ਗਏ ਸੀ, ਨਾ ਉਹਨੂੰ ਧੀ ਦੀ ਆਸ ਸੀ, ਨਾ ਉਹਨੂੰ ਪੁੱਤ ਦੀ ਆਸ ਸੀ। ਸੰਗਤ ਵਿੱਚੋਂ ਉੱਠ ਕੇ ਉੱਚੀ ਉੱਚੀ ਰੋਣ ਲੱਗੀ, ਕਹਿਣ ਲੱਗੀ, ਮਹਾਰਾਜ ਜੀ, ਜੇ ਤੁਸੀਂ ਕੋੜਿਆਂ ਦਾ ਕੋੜ ਠੀਕ ਕਰ ਸਕਦੇ, ਦੁਖੀਆਂ ਦੇ ਦੁੱਖ ਖੰਡ ਸਕਦੇ ਜੋ, ਮੇਰੇ ਵਿਆਹ ਨੂੰ 20 ਸਾਲ ਹੋ ਗਏ, ਨਾ ਮੈਨੂੰ ਧੀ ਦੀ ਆਸ, ਨਾ ਮੈਨੂੰ ਪੁੱਤ ਦੀ ਆਸ ਆ। ਇਹ ਗੁਰੂ ਪਰਮਾਤਮਾ ਮੈਨੂੰ ਵੀ ਕਿ ਧੀ ਪੁੱਤ ਦੀ ਦਾਤ ਦਿਓ। ਗੁਰੂ ਅਰਜਨ ਦੇਵ ਜੀ ਨੇ ਬੀਬੀਆਂ ਵਾਸਤੇ 8 ਨੁਕਰਾ ਸਰੋਵਰ ਤਿਆਰ ਕੀਤਾ। ਬੀਬੀ ਨੂੰ ਹੁਕਮ ਕੀਤਾ, 5 ਐਤਵਾਰ ਇਸ਼ਨਾਨ ਕਰੋ। ਬੀਬੀ ਨੇ 5 ਐਤਵਾਰ ਇਸ਼ਨਾਨ ਕੀਤਾ, ਫਲਾਂ ਦਾ ਪ੍ਰਸ਼ਾਦ ਲਿਆਂਦਾ, ਜੋਤਾਂ ਵਿੱਚ ਘਿਓ ਪਾਇਆ। ਸਾਲ ਪਿੱਛੋਂ ਬੀਬੀ ਨੂੰ ਟੁੱਟੀ ਗੰਢ ਪਈ, ਸੰਸਾਰ ਪੁੱਤ ਦੀ ਦਾਤ ਪ੍ਰਾਪਤ ਹੋਈ। ਜਿਹੜੀਆਂ ਆਪਾਂ ਗੁਰੂ ਦੀਆਂ ਸੰਗਤਾਂ ਕਹਿੰਦੀਆਂ ਇੱਥੇ ਦੁਆਰਾਂ ਝੂਲਦੀਆਂ, ਉਸ ਟਾਈਮ ਜਹਾਂਗੀਰ ਬਾਦਸ਼ਾਹ ਦਾ ਰਾਜ ਹੋਇਆ ਕਰਦਾ ਸੀ। ਉਹਨਾਂ ਦੇ ਸੋਹਣੇ ਸੁੰਦਰ ਸਿੰਗਾਰੇ ਹਾਥੀ ਮਸਤੀਆਂ ਵਿੱਚ ਝੂਲਦੇ ਲਾਹੌਰ ਨੂੰ ਜਾ ਰਹੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸਥਾਨ ਤੇ ਕਥਾ ਕਰ ਰਹੇ ਆ। ਸੰਗਤ ਉੱਠ ਕੇ ਹਾਥੀਆਂ ਵੱਲ ਵੇਖਣ ਲੱਗੀ। ਇਹ ਗੁਰੂ ਸਾਹਿਬ ਜੀ ਕਹਿਣ ਲੱਗੇ, ਗੁਰਮੁਖੋ, ਸਾਡੀ ਤੇ ਗੁਰੂ ਪਰਮਾਤਮਾ ਨਾਲ ਲਿਵ ਲੱਗੀ ਆ, ਸਾਡੀ ਲਿਵ ਤੁਹਾਂ ਕਿਉਂ ਤੋੜ ਦਿੱਤੀ ਆ। ਸੰਗਤ ਕਹਿਣ ਲੱਗੀ, ਮਹਾਰਾਜ ਜੀ, ਜਹਾਂਗੀਰ ਬਾਦਸ਼ਾਹ ਦੇ ਸੋਹਣੇ ਸੁੰਦਰ ਸਿੰਗਾਰੇ ਹਾਥੀ ਮਸਤੀਆਂ ਵਿੱਚ ਝੂਲਦੇ ਜਾ ਰਹੇ, ਅਸੀਂ ਤੇ ਉਹ ਵੇਖ ਰਹੇ ਹਾਂ। ਗੁਰੂ ਸਾਹਿਬ ਜੀ ਕਹਿਣ ਲੱਗੇ, ਗੁਰਮੁਖੋ, ਹਾਥੀ ਦੇ ਸਾਹ ਵਾਲੀ ਚੀਜ਼ ਕੀ ਪਤਾ ਸਾਹ ਆਵੇ ਕਿ ਨਾ ਵੀ ਆਵੇ, ਸਾਡੇ ਗੁਰੂ ਕੇ ਮਹਿਲ ਰਹਿੰਦੀ ਦੁਨੀਆ ਤੱਕ ਝੂਲਿਆ ਕਰਨਗੇ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਇਆ ਕਰਨਗੀਆਂ। ਜਿਹੜੀਆਂ ਗੁਰੂ ਦੀਆਂ ਸੰਗਤਾਂ ਸ਼ਰਧਾ ਭਾਵਨਾ ਧਾਰ ਕੇ ਸਾਡੇ ਪਵਿੱਤਰ ਸਥਾਨ ਉੱਤੇ ਆਉਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।